ਲਾਜ਼ਮੀ ਵੈਕਸੀਨ ਆਦੇਸ਼ਾਂ ਦੇ ਵਿਰੋਧ ਵਿੱਚ ਆਜ਼ਾਦੀ ਦਾ ਕਾਫਲਾ ਨਾਮਕ ਟਰੱਕਰਜ਼ ਦਾ ਪ੍ਰੋਟੈਸਟ ਬ੍ਰਿਟਿਸ਼ ਕੋਲੰਬੀਆ, ਐਟਲਾਂਟਿਕ ਕੈਨੇਡਾ ਅਤੇ ਵਿਚਕਾਰਲੇ ਕਈ ਸਥਾਨਾਂ ਤੋਂ ਸ਼ੁਰੂ ਹੋਣ ਵਾਲੇ ਵੱਖ-ਵੱਖ ਰੂਟਸ ਤੋਂ ਸ਼ਨੀਵਾਰ ਨੂੰ ਓਟਾਵਾ ਪਾਰਲੀਮੈਂਟ ਹਿੱਲ ਪਹੁੰਚੇਗਾ। ਜਿੱਥੇ ਓਨਟਾਰੀਓ ਵਿੱਚ ਪ੍ਰਦਰਸ਼ਨ ਜ਼ੋਰ ਫੜ ਰਿਹਾ ਹੈ, ਉੱਥੇ ਹੀ ਇਹ ਵੀ ਵੇਖਿਆ ਗਿਆ ਕਿ ਵਿਰੋਧ ਕਰ ਰਹੇ ਟਰੱਕਰਜ਼ ਦੇ ਸਮਰਥਨ ਵਿੱਚ ਸੈਂਕੜੇ ਲੋਕ ਵੀ ਸੜਕਾਂ ਤੇ ਉਤਰੇ। ਵੱਖ-ਵੱਖ ਪਲੈਕਰਡਸ ਅਤੇ ਬੈਨਰਸ ਲਈ ਲੋਕ ਟਰੱਕਰਜ਼ ਦਾ ਧੰਨਵਾਦ ਕਰਦੇ ਅਤੇ ਤਾਲੀਆਂ ਨਾਲ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਵੇਖੇ ਜਾ ਸਕਦੇ ਸਨ। ਅਸੀਂ ਅੱਜ ਦੇ ਮੁਜ਼ਾਹਰੇ ਨੂੰ ਲੈ ਕੇ ਕਮਿਊਨਿਟੀ ਮੈਂਬਰਸ ਅਤੇ ਮਾਹਿਰ ਨਾਲ ਗੱਲਬਾਤ ਕੀਤੀ। ਪੇਸ਼ ਹੈ ਉਹਨਾਂ ਨਾਲ ਹੋਈ ਗੱਲਬਾਤ ਦੇ ਵੇਰਵੇ। देखो डेमोक्रेसी ਵਿੱਚ ਬੜਾ ਜ਼ਰੂਰੀ ਹੈ ਕਿ ਲੋਕੀ ਆਪਣਾ ਵਿਊ ਪੁਆਇੰਟ ਸਰਕਾਰ ਦੇ ਕੋਲ ਰੱਖਣ, ਉਹ ਚਾਹੇ ਹਾਂ ਪੱਖੀ ਹੋਵੇ ਨਾ ਪੱਖੀ ਹੋਵੇ। ਸੋ ਵੈਕਸੀਨ ਨੂੰ ਲੈ ਕੇ ਜਦੋਂ ਤੋਂ ਵੈਕਸੀਨ ਕੈਨੇਡਾ ਦੇ ਵਿੱਚ ਆਏ ਨੇ, ਹੈਲਥ ਕੈਨੇਡਾ ਨੇ ਅਪਰੂਵ ਕੀਤਾ ਹੈ, ਉਦੋਂ ਤੋਂ ਹੀ ਇੱਕ ਜਿਹੜਾ ਖਾਸ ਤਬਕਾ ਹੈਗਾ, ਇੱਕ ਖਾਸ ਸੈਕਸ਼ਨ ਹੈ ਸੋਸਾਇਟੀ ਦਾ, ਉਹ ਇਹਦੇ ਵਿਰੋਧ ਦੇ ਵਿੱਚ ਹੈ। ਵਿਰੋਧ ਦੇ ਕਾਰਨ ਕੁਝ ਵੀ ਹੋ ਸਕਦੇ ਨੇ, ਕੋਈ ਕਿਸੇ ਤਰ੍ਹਾਂ ਦੇ ਇਸ਼ੂਜ਼ ਨੇ, ਮੈਡੀਕਲ ਇਸ਼ੂਜ਼ ਨੇ, ਹਿਸਟੋਰੀਕਲ ਇਸ਼ੂਜ਼ ਨੇ, ਉਹਨਾਂ ਦਾ ਵਿਸ਼ਵਾਸ ਨਹੀਂ ਹੈਗਾ। ਲੇਕਿਨ ਜਿੱਥੋਂ ਤੱਕ ਫਰੀडम ਕਨਵਾਈ ਦਾ ਸਵਾਲ ਹੈਗਾ, ਹੁਣ ਟਰੱਕਿੰਗ ਇੰਡਸਟਰੀ ਇਸ ਮੈਂਡੇਟਰੀ ਜਿਹੜੀ ਵੈਕਸੀਨੇਸ਼ਨ ਖਾਸ ਕਰਕੇ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਆ, ਉਹਦੇ ਵਿਰੋਧ ਦੇ ਵਿੱਚ ਕਰ ਰਹੀ ਹੈ। ਸੋ ਹਰ ਇੱਕ ਦਾ ਆਪਣਾ ਵਿਊ ਪੁਆਇੰਟ ਹੈ। ਪਹਿਲਾਂ ਤੋਂ ਹੀ ਕਾਮਿਆਂ ਦੀ ਘਾਟ ਨਾਲ ਜੂਝ ਰਹੀ ਟਰੱਕਿੰਗ ਇੰਡਸਟਰੀ ਨੂੰ ਕੀ ਇਹ ਵਿਰੋਧ ਪ੍ਰਦਰਸ਼ਨ ਹੋਰ ਘਾਟਾ ਪਾ ਸਕਦਾ ਹੈ? ਜਨਵਰੀ ਦੇ ਸ਼ੁਰੂਆਤ ਦੇ ਵਿੱਚ ਹੀ ਟਰੱਕਿੰਗ HR ਕੈਨੇਡਾ ਵੱਲੋਂ ਜਿਹੜੇ ਆંકੜੇ ਆਏ ਨੇ, ਉਹਨਾਂ ਨੇ ਦੱਸਿਆ ਕਿ ਤਕਰੀਬਨ 22,000 ਪ੍ਰੋਫੈਸ਼ਨਲ ਟਰੱਕ ਡਰਾਈਵਰਸ ਦੀ ਆਲਰੇਡੀ ਟਰੱਕਿੰਗ ਇੰਡਸਟਰੀ ਵਿੱਚ ਸ਼ਾਰਟੇਜ ਹੈ। ਸੋ ਜੇ ਇਸ ਵੈਕਸੀਨ ਮੈਂਡੇਟ ਤੋਂ ਬਾਅਦ ਖਾਸ ਕਰਕੇ ਬਾਰਡਰ ਕ੍ਰਾਸਿੰਗ ਦੇ ਉੱਤੇ ਜਿਹੜਾ ਲਾਗੂ ਹੋ ਰਿਹਾ ਹੈ, ਇਸ ਤੋਂ ਬਾਅਦ ਆ ਲੱਗ ਰਿਹਾ ਕਿ ਆਲਮੋਸਟ 10 ਤੋਂ 15% ਜਿਹੜੇ ਟਰੱਕ ਡਰਾਈਵਰਸ ਬਾਰਡਰ ਪਾਰ ਕਰਦੇ ਸੀ, ਉਹ ਹੋ ਸਕਦਾ ਹੈ ਟਰੱਕਿੰਗ ਇੰਡਸਟਰੀ ਤੋਂ ਕਿਨਾਰਾ ਕਰ ਜਾਣ। ਸੋ ਜੇ ਉਹ 10-15% ਵੀ ਦੇਖੀਏ ਤਾਂ ਤਕਰੀਬਨ 16,000 ਤੋਂ 20,000 ਡਰਾਈਵਰਸ ਬਣਦੇ ਨੇ, ਕਿਉਂਕਿ ਆંકੜੇ ਆ ਦੱਸ ਰਹੇ ਨੇ ਕਿ 1,60,000 ਦੇ ਕਰੀਬ ਟਰੱਕ ਡਰਾਈਵਰਸ ਬਾਰਡਰ ਤੋਂ ਆਦਾਨ ਪ੍ਰਦਾਨ ਕਰਦੇ ਨੇ। ਰਿਪੋਰਟਸ ਮੁਤਾਬਿਕ ਟਰੱਕਿੰਗ ਇੰਡਸਟਰੀ ਵੀ ਕਿੱਤੇ ਵਿੱਚ ਸਕਿਲਡ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ ਮੰਨਣ ਮੁਤਾਬਿਕ ਮਿਲੇਨੀਅਲਸ ਅਤੇ ਮਹਿਲਾਵਾਂ ਇਸ ਕਿੱਤੇ ਨੂੰ ਘੱਟ ਅਪਣਾ ਰਹੀਆਂ ਨੇ। ਮਿਲੇਨੀਅਲਸ ਇੱਕ ਐਸਾ ਤਬਕਾ ਹੈ, ਏਜ ਗਰੁੱਪ ਹੈ ਜੋ ਟਰੱਕਿੰਗ ਇੰਡਸਟਰੀ ਨੂੰ ਨਹੀਂ ਅਪਣਾ ਰਿਹਾ। ਤੁਸੀਂ ਵਿਮਨ ਦੀ ਗੱਲ ਕੀਤੀ, ਔਰਤਾਂ ਵੀ ਸਿਰਫ 3% ਨੇ ਆંકੜਿਆਂ ਦੇ ਮੁਤਾਬਿਕ ਜੋ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰ ਰਹੀਆਂ ਨੇ। ਨਿਊ ਕੈਨੇਡੀਅਨਸ ਆਲਰੇਡੀ ਟਰੱਕਿੰਗ ਇੰਡਸਟਰੀ ਵਿੱਚ ਆ ਰਹੇ ਨੇ। ਸਾਡਾ ਭਾਈਚਾਰਾ ਦੇਖੋ ਬਹੁਤ ਵੱਡੀ ਤਾਦਾਦ ਦੇ ਵਿੱਚ ਟਰੱਕਿੰਗ ਇੰਡਸਟਰੀ ਵਿੱਚ ਹੈ। ਲੇਕਿਨ ਜਿਹੜਾ ਪ੍ਰੋਬਲਮ ਕੰਸਰਨ ਆ ਆਉਂਦਾ ਹੈ ਕਿ ਜੇ ਅਸੀਂ ਕ੍ਰਾਸ ਬਾਰਡਰ ਟਰੱਕਰਸ ਜਿਨ੍ਹਾਂ ਦੀ ਸ਼ਾਰਟੇਜ ਹੈ, ਜੇ ਉਹਨਾਂ ਦੀ ਅਸੀਂ ਉਹਨਾਂ ਦੀ ਕਮੀ ਦੂਰ ਕਰਨੀ ਹੈ, ਉਹਦੇ ਲਈ ਸਾਨੂੰ ਸਕਿਲਡ ਟ੍ਰੇਨਡ ਡਰਾਈਵਰ ਚਾਹੀਦੇ ਨੇ। ਬਹੁਤ ਸਾਰੇ ਨਿਊ ਕਮਰਸ ਐਸੇ ਨੇ ਜਿਹੜੇ ਕਿ ਅਮਰੀਕਾ ਨੂੰ ਡਰਾਈਵ ਕਰਨਾ ਚਾਹੁੰਦੇ ਨੇ, ਲੇਕਿਨ ਉਹ PR ਹੋਣ ਦੇ ਨਾਤੇ ਉਹਨਾਂ ਕੋਲ ਅਮਰੀਕਾ ਦਾ ਵੀਜ਼ਾ ਹੀ ਨਹੀਂ ਹੈਗਾ। ਔਰ ਇਸ ਪੈਂਡੈਮਿਕ ਦੇ ਦੌਰਾਨ ਆ ਦੇਖਣ 'ਚ ਆਇਆ ਹੈ ਕਿ ਜਿਹੜੀਆਂ ਵੀਜ਼ਾ ਦੀਆਂ ਅਪਾਇੰਟਮੈਂਟਸ ਨੇ, ਉਹ 6-6 ਮਹੀਨੇ ਸਾਲ ਤੱਕ ਨਹੀਂ ਮਿਲ ਰਹੀਆਂ। ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਕੁਝ ਪੋਸਟਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਵਾਰ ਟਰੱਕਰਸ ਨੂੰ ਟਰੱਕਸ ਵਿੱਚੋਂ ਉਤਰਨਾ ਨਹੀਂ ਪੈਂਦਾ ਅਤੇ ਨਾ ਹੀ ਉਹਨਾਂ ਨੂੰ ਕਿਸੇ ਦੇ ਸੰਪਰਕ ਵਿੱਚ ਆਉਣ ਦੀ ਜ਼ਰੂਰਤ ਪੈਂਦੀ ਹੈ, ਜਿਸ ਤੇ ਮਨਨ ਨੇ ਕਿਹਾ ਹੈਲਥ ਕੇਅਰ ਜਿਹੜੇ ਪ੍ਰੋਟੋਕੋਲਸ ਨੇ ਉਹ ਸਾਰਿਆਂ ਤੇ ਲਾਗੂ ਹੁੰਦੇ ਨੇ। ਇੱਕ ਟਰੱਕ ਡਰਾਈਵਰ ਦਾ ਨੋ ਡਾਊਟ ਉਹ ਆਪਣੇ ਆਪ ਨੂੰ ਬੜਾ ਆਈਸੋਲੇਸ਼ਨ 'ਚ ਰੱਖਦਾ ਹੈ ਜਿਸਲੇ ਉਹ ਟਰੱਕ ਡਿਲੀਵਰ ਕਰਦਾ ਹੈ, ਸ਼ਿਪਿੰਗ ਕਰਦਾ ਹੈ, ਰਿਸੀਵਿੰਗ ਕਰਦਾ ਹੈ। ਲੇਕਿਨ ਦੁਆਰਾ ਜਿਸਲੇ ਉਹ ਆ ਕੇ ਪਰਿਵਾਰ ਦੇ ਨਾਲ ਵਿਚਰਦਾ ਹੈ, ਉਹ ਆ ਕੇ ਸੋਸਾਇਟੀ ਦਾ ਪਾਰਟ ਬਣਦਾ ਹੈ। ਔਰ ਅਸੀਂ ਆਮ ਤੌਰ ਤੇ ਦੇਖਿਆ ਕਿ ਜਿਹੜਾ ਵਾਇਰਸ ਦਾ ਫੈਲਾਅ ਹੈ ਆ ਕਿਸੇ ਖਾਸ ਪਾਰਟਿਕੂਲਰ ਸੈਕਸ਼ਨ ਨੂੰ ਨਹੀਂ ਹੁੰਦਾ, ਕਿਸੇ ਖਾਸ ਪਾਰਟਿਕੂਲਰ ਰੀਜਨ ਦੇ ਲੋਕਾਂ ਨੂੰ ਨਹੀਂ ਹੁੰਦਾ, ਕਿਸੇ ਖਾਸ ਕਿੱਤੇ ਨੂੰ ਨਹੀਂ ਹੁੰਦਾ, ਹਰ ਇੱਕ ਨੂੰ ਹੋ ਸਕਦਾ। ਸੋ ਸਰਕਾਰ ਦੀ ਕੋਸ਼ਿਸ਼ ਆਹੀ ਹੈ ਕਿ ਅਸੀਂ ਆਪਣੀ ਸਪਲਾਈ ਚੇਨ ਮੂਵਮੈਂਟ ਨੂੰ ਜੇ ਅਸੀਂ ਰੈਗੂਲਰਾਈਜ਼ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਇੱਥੇ ਰੋਕ ਨਾ ਲੱਗੇ, ਉਹਦੇ ਲਈ ਆ ਜਿਹੜੇ ਵੈਕਸੀਨੇਸ਼ਨ ਦੀ ਜ਼ਰੂਰਤ ਹੈ ਉਹ ਹਰ ਇੱਕ ਦੇ ਉੱਤੇ ਲਾਗੂ ਕੀਤੀ ਜਾਏ। ਔਰ ਟਰੱਕਿੰਗ ਇੰਡਸਟਰੀ ਵਿੱਚ ਇਸ ਮੈਂਡੇਟ ਨੂੰ ਲਾਗੂ ਕਰਨ ਲਈ ਸਰਕਾਰ ਨੇ ਆਲਰੇਡੀ ਕਾਫੀ ਸਮਾਂ ਟਰੱਕਿੰਗ ਇੰਡਸਟਰੀ ਨੂੰ ਦਿੱਤਾ ਸੀਗਾ। ਨਵੰਬਰ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 15 ਜਨਵਰੀ ਤੋਂ ਲਾਗੂ ਕਰ ਰਹੇ ਹਾਂ ਕੈਨੇਡਾ ਦੇ ਵਿੱਚ। ਸੋ ਉਸੇ ਤਰੀਕੇ ਨਾਲ 15 ਜਨਵਰੀ ਤੋਂ ਕੈਨੇਡਾ 'ਚ ਲਾਗੂ ਹੋ ਗਿਆ ਔਰ 22 ਜਨਵਰੀ ਤੋਂ ਹੁਣ ਅਮਰੀਕਾ ਨੇ ਵੀ ਆਹੀ ਮੈਂਡੇਟ ਲਾਗੂ ਕੀਤਾ। ਮੰਨਣ ਮੁਤਾਬਿਕ ਸਾਨੂੰ ਸਭ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਟਰੱਕਿੰਗ ਇੰਡਸਟਰੀ ਪੂਰੀ ਮਹਾਮਾਰੀ ਦੌਰਾਨ ਮੂਹਰਲੀਆਂ ਲੀਹਾਂ ਤੇ ਕੰਮ ਕਰਦੀ ਰਹੀ ਹੈ ਅਤੇ ਸਮਾਜ ਨੂੰ ਚੱਲਦਾ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੀ ਰਹੀ ਹੈ। ਜਿਹੜਾ ਡਾਇਲੌਗ ਦਾ ਜਿਹੜਾ ਇੱਕ ਰੂਪ ਹੁੰਦਾ ਉਹ ਬੜਾ ਜ਼ਰੂਰੀ ਹੁੰਦਾ ਹੈ। ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਵੀ ਆਪਣੀ ਜਗ੍ਹਾ ਕੰਮ ਕਰਦੇ ਨੇ, ਲੇਕਿਨ ਆਹ ਨਾ ਹੋਵੇ ਕਿ ਇਸ ਤਰ੍ਹਾਂ ਦੇ ਪੀਸਫੁਲ ਪ੍ਰੋਟੈਸਟ ਦੇ ਵਿੱਚ ਫਾਇਦਾ ਫੋਟੋ ਆਪ ਪੋਲੀਟੀਸ਼ੀਅਨਸ ਲੈ ਜਾਣ, ਕਿਉਂਕਿ ਉਹਨਾਂ ਨੇ ਆਪਣੇ ਕਨਸਟੀਟਿਊਐਂਟਸ ਨੂੰ ਸਰਵ ਕਰਨਾ, ਉਹਨਾਂ ਨੇ ਕੱਲ੍ਹ ਨੂੰ ਵੋਟਾਂ ਲੈਣੀਆਂ ਨੇ, ਲੇਕਿਨ ਟਰੱਕਿੰਗ ਇੰਡਸਟਰੀ ਦੇ ਜਿਹੜੇ ਮੁੱਦੇ ਨੇ ਉਹ ਪਿੱਛੇ ਰਹਿ ਜਾਣ। ਅੱਜ ਓਨਟਾਰੀਓ ਵਿੱਚ ਟਰੱਕਰਸ ਦਾ ਸਮਰਥਨ ਕਰਨ ਲਈ ਕਈ ਲੋਕ ਸੜਕਾਂ ਤੇ ਉਤਰੇ। ਉਹ ਟਰੱਕਰਸ ਦਾ ਧੰਨਵਾਦ ਕਰ ਰਹੇ ਸਨ ਅਤੇ ਉਹਨਾਂ ਲਈ ਵੈਕਸੀਨ ਲਗਵਾਉਣ ਦੀ ਚੋਣ ਕਰ ਸਕਣ ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ। Because I want to see freedom for our country. I'll be honest. I've almost lost hope because of the restrictions and everything, and this gives me renewed hope. I'm coming to support everybody's right, fighting for this guy so that he has a future in terms of his own ability to choose. It's
not anti-vax, it's not pro-vax, it's none of that. It's just he should be able to choose. You can see how many people are out, and it's incredible. I've never felt more proud to be a Canadian than today. ਉਥੇ ਹੀ ਦੂਜੇ ਪਾਸੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਮਨਿੰਦਰਜੀਤ ਸਿੰਘ ਜੋ ਹੁਣ ਟਰੱਕਿੰਗ ਕਿੱਤੇ ਨੂੰ ਅਪਣਾ ਚੁੱਕੇ ਨੇ ਅਤੇ ਫਿਲਹਾਲ ਓਨਟਾਰੀਓ ਵਿੱਚ ਕੰਮ ਕਰਦੇ ਹਨ ਅਤੇ ਅੱਗੇ ਚੱਲ ਕੇ ਬਾਰਡਰ ਦੇ ਉਸ ਪਾਰ ਵੀ ਟਰੱਕ ਚਲਾਉਣਾ ਚਾਹੁੰਦੇ ਹਨ ਦਾ ਕਹਿਣਾ ਹੈ ਕਿ ਹਾਂਜੀ ਮੇਰੇ ਹਿਸਾਬ ਨਾਲ ਤੇ ਵੈਕਸੀਨੇਸ਼ਨ ਜ਼ਰੂਰੀ ਹੈ। ਇਸ ਨਾਲ ਕੋਵਿਡ ਤੇ ਥੋੜਾ ਕੰਟਰੋਲ ਰਹੇਗਾ ਕਿਉਂਕਿ ਟਰੱਕਰਸ ਵੀ ਆਪਣੀ ਫੈਮਿਲੀਜ਼ ਦੇ ਨਾਲ ਰਹਿੰਦੇ ਨੇ ਸੋ ਬੱਚਿਆਂ ਲਈ ਸਾਰਿਆਂ ਲਈ ਸੇਫਟੀ ਹੈ ਸੋ ਇਹ ਲਾਜ਼ਮੀ ਹੋਣਾ ਚਾਹੀਦਾ। ਹਾਂਜੀ ਬਹੁਤ ਸਾਰੇ ਟਰੱਕਰਸ ਦਾ ਇਹ ਕਹਿਣਾ ਕਿ ਉਹ ਬਿਲਕੁਲ ਕੰਟੈਕਟ 'ਚ ਹੀ ਨਹੀਂ ਆਉਂਦੇ, ਉਹ ਬਾਹਰ ਹੀ ਨਹੀਂ ਨਿਕਲਦੇ ਟਰੱਕਸ ਦੇ ਵਿੱਚੋਂ। ਨਹੀਂ ਐਕਚੁਅਲੀ ਉਹ ਤਾਂ ਫੈਮਿਲੀ 'ਚ ਤਾਂ ਰਹਿ ਰਹੇ ਨਾ ਆਪਣੀ, ਇਸ ਕਰਕੇ ਜ਼ਰੂਰੀ ਥੋੜ੍ਹਾ ਕਿ 24 ਆਵਰ ਆਪਣੇ ਟਰੱਕ ਵਿੱਚ ਥੋੜ੍ਹਾ ਆਪਣੇ ਘਰੇ ਵੀ ਤੇ ਹੁੰਦੇ ਨੇ ਜਿਹਨਾਂ ਦੀ ਫੈਮਿਲੀ ਤੇ ਬਾਹਰ ਜਾਂਦੀ ਹੈ ਨਾ ਸੋ ਫੈਮਿਲੀ ਮਾਰਕੀਟ 'ਚ ਵੀ ਜਾਂਦੀ, ਬੱਚੇ ਸਕੂਲ ਜਾਂ ਕਿੱਦਾਂ ਬਾਹਰ ਜਾਂਦੇ ਨੇ ਜੇ ਉਹਨਾਂ ਨੂੰ ਅੱਗੇ ਦੇ ਇੰਸਟੈਡ ਉਹਨਾਂ ਦੀ ਫੈਮਿਲੀ ਤੋਂ ਜੇ ਗਾਂਹ ਵੀ ਫਿਰ ਇਸ ਕਰਕੇ ਸੋ ਉਹਨਾਂ ਨੂੰ ਵੀ ਚਾਹੀਦਾ, ਜ਼ਰੂਰੀ ਨਹੀਂ ਕਿ ਉਹਨਾਂ ਤੋਂ ਸਪਰੈਡ ਹੋਵੇ ਸਕਦਾ ਫੈਮਿਲੀ ਤੋਂ ਤੇ ਉਹਨਾਂ ਤੱਕ ਆ ਸਕਦਾ ਨਾ ਸੋ ਇਹ ਚੀਜ਼ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਸਭ ਨੂੰ ਵੈਕਸੀਨੇਸ਼ਨ ਜ਼ਰੂਰੀ ਹੈ।